Hello everybody, hope all of you are doing well. हाँ जी ਜਿਵੇਂ ਕਿ ਸਾਨੂੰ ਬਹੁਤ ਸਾਰੇ ਕੁਐਸਚਨਸ ਆਉਂਦੇ ਨੇ ਬੱਚਿਆਂ ਦੇ ਪ੍ਰਤੀ ਬੇਸਿਕਲੀ ਚਿਲਡਰਨ ਪ੍ਰਤੀ ਐਂਡ ਕਾਫੀ ਮੈਂ ਪਿਛਲੇ ਇੱਕ ਮੰਥ ਤੋਂ ਮੈਨੂੰ ਕਾਫੀ ਇਦਾਂ ਦੇ ਕੁਐਸਚਨਸ ਆ ਰਹੇ ਆ ਜਿੱਥੇ ਉਹ ਕਹਿ ਰਹੇ ਨੇ ਕਿ ਤੁਸੀਂ ਹਮੇਸ਼ਾ ਬੱਚਿਆਂ ਦੀ ਗੱਲ ਕਰਦੇ ਆ ਜਾਂ ਬੱਚਿਆਂ ਦੀ ਮਾਨਸਿਕ ਸਿਹਤ ਦੀ ਗੱਲ ਕਰਦੇ ਆ ਪਰ ਕਿਤੇ ਜਿਵੇਂ ਤੁਸੀਂ ਅਡਲਟ ਇਸ਼ੂਜ਼ ਆਪਾਂ ਲਾਈਫ ਤੇ ਫੇਸ ਕਰਦੇ ਆ ਜਾਂ ਅਡਲਟ ਲਾਈਫ ਦੇ ਵਿੱਚ ਜਾਂਦੇ ਆ ਤੇ ਉਦਾਂ ਦੇ ਇਸ਼ੂ ਨਹੀਂ ਤੁਸੀਂ ਕਵਰ ਕਰਦੇ ਕਦੇ ਸੋ ਕਾਫੀ ਮੈਨੂੰ ਉਹ ਵੀ ਕੁਐਸਚਨਸ ਆਉਣ ਲੱਗੇ ਆ ਐਂਡ ਮੈਂ ਕੋਸ਼ਿਸ਼ ਕਰਿਆ ਕਰੂੰਗੀ ਕਿ ਜਿਹੜੇ ਜਿਹੜੇ ਸਾਨੂੰ ਕੁਐਸਚਨਸ ਅਡਲਟ ਰਿਲੇਸ਼ਨਸ਼ਿਪ ਤੇ ਵੀ ਆਉਂਦੇ ਆ ਜਾਂ ਅਡਲਟ ਜਿਹੜੀ ਲਾਈਫ ਤੇ ਵੀ ਆਉਂਦੇ ਆ ਬਿਕਾਜ਼ ਸਾਡਾ ਮਕਸਦ ਹੈ ਕਿ ਅਸੀਂ ਓਵਰਆਲ ਮਾਨਸਿਕ ਸਿਹਤ ਠੀਕ ਰੱਖਣੀ ਚਾਹੇ ਉਹ ਮਾਪਾ ਹੋਵੇ ਚਾਹੇ ਉਹ ਮਾਪਾ ਹਜੇ ਨਾ ਬਣਿਆ ਹੋਵੇ ਸੋ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਕਿ ਉਦਾਂ ਦੇ ਕੁਐਸਚਨਸ ਵੀ ਐਡਰੈਸ ਕਰਨ ਦੀ ਜਿਹੜੇ ਕੁਐਸਚਨਸ ਸਾਨੂੰ ਆਉਂਦੇ ਨੇ ਜਿਹੜੇ ਕਿ ਬੱਚਿਆਂ ਬਾਰੇ ਨਹੀਂ ਵੀ ਹੁੰਦੇਗੇ ਸੋ ਹਾਂਜੀ ਅੱਜ ਸਾਨੂੰ ਇੱਕ ਕੁਐਸਚਨ ਆਇਆ ਵਾ ਜਿਹੜਾ ਕਿ ਇੱਕ ਟੁੱਟੇ ਰਿਸ਼ਤੇ ਤੋਂ ਬਾਅਦ ਤੁਸੀਂ ਰਿਕਵਰ ਕਿਵੇਂ ਹੋਣਾ ਜਦੋਂ ਤੁਹਾਡਾ ਰਿਸ਼ਤਾ ਟੁੱਟ ਜਾਂਦਾ ਚਾਹੇ ਉਹ ਤੁਹਾਡਾ ਵਿਆਹ ਵਾਲਾ ਰਿਸ਼ਤਾ ਸੀ ਚਾਹੇ ਉਹ ਬੇਸਿਕਲੀ ਉਹੀ ਤੁਸੀਂ ਇੱਕ ਦੂਸਰੇ ਨੂੰ ਇੱਕ ਦੂਸਰੇ ਨਾਲ ਤੁਹਾਡਾ ਰਿਸ਼ਤਾ ਸੀਗਾ ਅਜੇ ਵਿਆਹ ਨਹੀਂ ਹੋਇਆ ਸੀਗਾ ਸੋ ਉਹ ਰਿਸ਼ਤਾ ਟੁੱਟਣ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਇਮੋਸ਼ਨਲੀ ਮੈਨੇਜ ਕਿਵੇਂ ਕਰਨਾ ਉਹ ਆਪਣੇ ਆਪ ਨੂੰ ਉਸ ਦੁੱਖ ਦੇ ਵਿੱਚੋਂ ਕਿਵੇਂ ਕੱਢਣਾ ਵਾ ਐਂਡ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਜਦੋਂ ਅਸੀਂ ਥੈਂਕ ਯੂ ਤੁਹਾਡਾ ਕੋਈ ਵੀ ਕੁਐਸਚਨਸ ਹੋਵੇ ਤੁਹਾਡੇ ਕੋਈ ਵੀ ਇਸ ਟੌਪਿਕ ਦੇ ਦੌਰਾਨ ਹੁਣ ਤਾਂ ਤੁਸੀਂ ਸਾਨੂੰ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਕੁਐਸਚਨ ਪੁੱਛ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਆਨਸਰਸ ਦੇਣ ਦੀ ਕਮੈਂਟ ਕਈ ਵਾਰ ਦੇਖਣਾ ਸੌਖਾ ਹੈ ਕਈ ਵਾਰ ਅਸੀਂ ਹੋ ਸਕਦਾ ਕਿ ਕੋਈ ਐਡਰੈਸ ਜਾਂ ਕੋਈ ਇਸ਼ੂਜ਼ ਭੁੱਲ ਵੀ ਜਾਈਏ ਐਂਡ ਕਈ ਵਾਰ ਤੁਸੀਂ ਕੁਐਸਚਨ ਪੁੱਛਦੇ ਹੋ ਤਾਂ ਯਾਦ ਆ ਜਾਂਦਾ ਸੋ ਜ਼ਰੂਰ ਕੁਐਸਚਨ ਪੁੱਛੋ ਜਦੋਂ ਇਸ ਟੌਪਿਕ ਬਾਰੇ ਤੁਹਾਡਾ ਹੋਰ ਵੀ ਕੋਈ ਕੁਐਸਚਨ ਹੋਵੇ ਜਿਹੜਾ ਅਸੀਂ ਨਾ ਆਨਸਰ ਦਿੱਤਾ ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਇਸ ਚੀਜ਼ ਦੀ ਫੋਰ ਐਗਜ਼ਾਮਪਲ ਜਿਵੇਂ ਮੈਂ ਅਕਸਰ ਕਹਿੰਦੀ ਹੁੰਦੀ ਆ ਕਿ ਜਦੋਂ ਤੁਹਾਡੇ ਸਰੀਰ ਤੇ ਕੋਈ ਸੱਟ ਲੱਗਦੀ ਆ ਤੁਹਾਡੀ ਅੱਖ ਦੁਖਦੀ ਆ ਤੁਹਾਡਾ ਕੰਨ ਦੁਖਦਾ ਤੁਹਾਡੀ ਲੱਤ ਦੁਖਦੀ ਤੁਹਾਡੀ ਬਾਹ ਦੁਖਦੀ ਸਾਨੂੰ ਕਲੀਅਰਲੀ ਡਾਇਰੈਕਸ਼ਨਸ ਮਿਲੀਆਂ ਵੀ ਕਿ ਅਸੀਂ ਹਸਪੀਟਲ ਜਾਣਾ ਸਾਨੂੰ ਕਲੀਅਰਲੀ ਡਾਇਰੈਕਸ਼ਨ ਮਿਲੀਆਂ ਵੀ ਕਿ ਅਸੀਂ ਇੱਕ ਡਾਕਟਰ ਕੋਲੇ ਜਾਣਾ ਤੇ ਉਸ ਡਾਕਟਰ ਨੇ ਸਾਡਾ ਇਲਾਜ ਕਰਨਾ ਤੇ ਫਿਰ ਉਸ ਡਾਕਟਰ ਨੇ ਸਾਨੂੰ ਇੱਕ ਹੀਲਿੰਗ ਪ੍ਰੋਸੈਸ ਦੱਸਣੀ ਉਸ ਡਾਕਟਰ ਨੇ ਸਾਨੂੰ ਦੱਸਣਾ ਕੁਝ ਖਾਣ ਪੀਣ ਦੀਆਂ ਚੀਜ਼ਾਂ ਕੁਝ ਮੈਡੀਕੇਸ਼ਨ ਦੇਣੀਆਂ ਕੁਝ ਲਾਈਫ ਚੇਂਜਸ ਦੇ ਸਕਿੱਲਸ ਦੇਣਗੇ ਐਂਡ ਅਸੀਂ ਉਹ ਕਰਨੀਆਂ ਉਹਦੇ ਤੋਂ ਬਾਅਦ ਅਸੀਂ ਹੀਲ ਹੋ ਜਾਂਦੇ ਹਾਂ ਐਂਡ ਇਹ ਸਾਨੂੰ ਟ੍ਰੇਨ ਕੀਤਾ ਜਾਂਦਾ ਸਾਨੂੰ ਕੰਡੀਸ਼ਨ ਸਾਡੇ ਮਾਂ-ਬਾਪ ਨੇ ਸਾਡੀ ਪਰਵਰਿਸ਼ ਦੇ ਵਿੱਚ ਹਿੱਸਾ ਸੀ ਤੁਸੀਂ ਆਮ ਦੇਖੋ ਸੋ ਇਹਦੇ ਵਿੱਚ ਸਾਨੂੰ ਇਸੇ ਕਰਕੇ ਪ੍ਰੋਬਲਮ ਨਹੀਂ ਆਉਂਦੀ ਆਮ ਜਿਹੜੀਆਂ ਸਰੀਰਕ ਪ੍ਰੋਬਲਮਾਂ ਨੂੰ ਐਡਰੈਸ ਕਰਨ ਦੇ ਵਿੱਚ ਸੋ ਇੱਥੇ ਜਦੋਂ ਆ ਜਾਂਦੀ ਇੱਕ ਮਾਨਸਿਕ ਜਿਵੇਂ ਕਿ ਆਪਣੇ ਬਚਪਨ ਦੇ ਵਿੱਚ ਅਸੀਂ ਸਾਰਿਆਂ ਨੇ ਵੇਖਿਆ ਵਾ ਕਿ ਰਿਸ਼ਤੇ ਆਮ ਟੁੱਟਦੇ ਵੀ ਸੀ ਰਿਸ਼ਤਿਆਂ ਤੋਂ ਸਾਨੂੰ ਸੱਟਾਂ ਵੀ ਲੱਗਦੀਆਂ ਸੀਗੀਆਂ ਐਂਡ ਉਹਨਾਂ ਰਿਸ਼ਤਿਆਂ ਦੇ ਟੁੱਟਣ ਤੋਂ ਬਾਅਦ ਸਾਡੇ ਕੋਲ ਕਿਹੋ ਜਿਹਾ ਸਪੋਰਟ ਸਿਸਟਮ ਸੀ ਐਂਡ ਤੁਸੀਂ ਦੇਖੋ ਕਿ ਸਾਡੇ ਮਾਂ-ਬਾਪ ਤਾਂ ਗੱਲ ਵੀ ਨਹੀਂ ਸੀ ਕਰਦੇ ਐਂਡ ਜਦੋਂ ਅਸੀਂ ਵੱਡੇ ਹੋ ਰਹੇ ਸੀਗੇ ਜੇ ਤੁਸੀਂ ਇੱਕ ਟੀਨਏਜਰ ਹੋ ਜਾਂ ਤੁਸੀਂ ਹਜੇ ਅਨਮੈਰਿਡ ਹੋ ਅਸੀਂ ਜਿਹੜੇ ਸਾਡਾ ਦਿਲ ਟੁੱਟਦਾ ਸੀ ਕਦੇ ਆਪਣੇ ਮਾਂ-ਬਾਪ ਕੋਲ ਨਹੀਂ ਜਾਂਦੇ ਬਿਕਾਜ਼ ਸਿੰਪਲੀ ਸਾਨੂੰ ਲੱਗਦਾ ਕਿ ਉਹਨਾਂ ਕੋਲੇ ਸੋਲੂਸ਼ਨ ਹੀ ਨਹੀਂ ਹੈਗਾ ਉਹਨਾਂ ਕੋਲੇ ਸਪੋਰਟ ਸਿਸਟਮ ਹੀ ਨਹੀਂ ਹੈਗਾ ਸੋ ਇਸੇ ਕਰਕੇ ਜਿਹੜਾ ਸਾਡਾ ਪਲੇਟਫਾਰਮ ਆ ਸਾਡੇ ਬਚਪਨ ਦੇ ਵਿੱਚ ਸਾਨੂੰ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ ਕਿ ਇਹਨਾਂ ਭਾਵਨਾਵਾਂ ਇਹਨਾਂ ਵਿੱਚੋਂ ਇਹਨਾਂ ਐਕਸਪੀਰੀਐਂਸਸ ਦੇ ਵਿੱਚੋਂ ਕਿਵੇਂ ਨਿਕਲਣਾ ਐਂਡ ਦੇਖੋ ਕਿੰਨਾ ਜ਼ਿਆਦਾ ਜ਼ਰੂਰੀ ਹੈ ਉਹਨਾਂ ਵਕਤਾਂ ਦੇ ਵਿੱਚ ਤਾਂ ਅਸੀਂ ਸਭ ਤੋਂ ਜ਼ਿਆਦਾ ਮਾਨਸਿਕ ਤੌਰ ਤੇ ਮਿਜ਼ਰੇਬਲ ਹੁੰਦੇ ਆ ਸਭ ਤੋਂ ਜ਼ਿਆਦਾ ਮਾਨਸਿਕ ਤੌਰ ਤੇ ਖਿਲਰੇ ਵੀ ਹੁੰਦੇ ਆ ਐਂਡ ਕਈ ਵਾਰ ਸਭ ਤੋਂ ਜ਼ਿਆਦਾ ਗਲਤ ਕੰਮ ਜਾਂ ਗਲਤ ਮਿਸਟੇਕਸ ਜਾਂ ਗਲਤ ਬਿਹੇਵੀਅਰ ਸਾਡੇ ਤੋਂ ਉਸ ਵਕਤ ਹੁੰਦੇ ਜਦੋਂ ਅਸੀਂ ਮਾਨਸਿਕ ਤੌਰ ਤੇ ਬਹੁਤ ਖਿਲਰੇ ਹੁੰਦੇ ਆ ਇੱਕ ਰਿਸ਼ਤੇ ਦੀ ਵਜ੍ਹਾ ਕਰਕੇ ਪਰ ਉਹ ਰਿਸ਼ਤੇ ਦੇ ਵਿੱਚੋਂ ਇੱਕ ਪੀਸਫੁਲੀ ਕਿਵੇਂ ਨਿਕਲਣਾ ਇੱਕ ਰਿਸ਼ਤੇ ਚੋਂ ਬਾਉਂਡਰੀਆਂ ਸੈੱਟ ਕਰਕੇ ਕਿਵੇਂ ਨਿਕਲਣਾ ਇੱਕ ਰਿਸ਼ਤੇ ਦੇ ਅੰਤ ਹੋਣ ਨਾਲ ਉਸ ਰਿਸ਼ਤੇ ਨੂੰ ਉਸ ਤੋਂ ਸਿੱਖ ਕੇ ਉਹਦੇ ਆਪਣੀ ਜ਼ਿੰਦਗੀ ਦੇ ਵਿੱਚ ਕਿਵੇਂ ਅਪਣਾਉਣਾ ਉਹ ਸਾਨੂੰ ਪ੍ਰੋਸੈਸ ਕੋਈ ਵੀ ਸਿਖਾਈ ਨਹੀਂ ਜਾਂਦੀ ਸੋ ਇਸ ਕਰਕੇ ਮੋਸਟ ਆਫ ਦਾ ਟਾਈਮ ਜਦੋਂ ਅਸੀਂ ਅਸੀਂ ਵੀ ਵੇਖਿਆ ਸਾਡਿਆਂ ਦਿਲ ਟੁੱਟੇ ਆ ਹਾਰਟ ਅਟੈਕ ਹੋਈ ਆ ਸਾਨੂੰ ਪਤਾ ਹੀ ਨਹੀਂ ਸੀ ਉਹਨੂੰ ਨੈਵੀਗੇਟ ਕਿਵੇਂ ਕਰਨਾ ਸਾਨੂੰ ਪਤਾ ਹੀ ਨਹੀਂ ਸੀ ਵੀ ਉਹਨੂੰ ਕਰਨਾ ਕੀ ਹੈ ਬਿਕਾਜ਼ ਸਾਨੂੰ ਕੋਈ ਟ੍ਰੇਨਿੰਗ ਨਹੀਂ ਸੀ ਦਿੱਤੀ ਜਾਂਦੀ ਕਿਉਂਕਿ ਅਸੀਂ ਘਰਾਂ ਦੇ ਵਿੱਚ ਕੀ ਦੇਖਿਆ ਸਾਡੇ ਅਸੀਂ ਵੱਡੇ ਹੋ ਰਹੇ ਸੀ ਸਾਡੇ ਕਲਚਰ 'ਚ ਸੀ ਕਿ ਲੋਕੀ ਚੁੱਪ ਹੋ ਜਾਂਦੇ ਆ ਬਸ ਜੇ ਕਿਸੇ ਦਾ ਡਿਵੋਰਸ ਹੋ ਜਾਵੇ ਉਹ ਚੁੱਪ ਹੋ ਜਾਂਦਾ ਉਹ ਨਹੀਂ ਗੱਲ ਕਰਦਾ ਜੇ ਕਿਸੇ ਦਾ ਰਿਸ਼ਤਾ ਟੁੱਟ ਜਾਵੇ ਉਹ ਚੁੱਪ ਹੋ ਜਾਂਦਾ ਉਸ ਚੁੱਪ ਦੇ ਵਿੱਚ ਉਹ ਥੱਲੇ ਕਿੰਨਾ ਸਫਰ ਕਰਦਾ ਤੇ ਕਿੰਨੀ ਉਹਨੂੰ ਜਿਹੜੀ ਮਦਦ ਦੀ ਲੋੜ ਹੁੰਦੀ ਉਹ ਨਹੀਂ ਮਿਲਦੀ ਅਸੀਂ ਚੁੱਪ ਰਹਿੰਦੇ ਸੋ ਇਸ ਕਰਕੇ ਜਦੋਂ ਸਾਡੇ ਨਾਲ ਇਹ ਚੀਜ਼ਾਂ ਹੁੰਦੀਆਂ ਅਸੀਂ ਕੀ ਕਰਦੇ ਅਸੀਂ ਵੀ ਚੁੱਪ ਰਹਿੰਦੇ ਆ ਐਂਡ ਲੋਕੀ ਸ਼ਾਇਦ ਹੋ ਸਕਦਾ ਕਿ ਸ਼ਰਾਬ ਜ਼ਿਆਦਾ ਪੀਣ ਲੱਗ ਜਾਣ ਜਾਂ ਕੋਈ ਹੋਰ ਸਬਸਟੈਂਸ ਜਾਂ ਕੁਝ ਹੋਰ ਖਾਣ ਲੱਗ ਜਾਈਏ ਕਿਉਂਕਿ ਅੰਦਰੋਂ ਤਾਂ ਜਿਹੜੀਆਂ ਚੀਜ਼ਾਂ ਸਾਡੇ ਉਹ ਪ੍ਰੋਸੈਸ ਨਹੀਂ ਹੋ ਰਹੀਆਂ ਸਾਨੂੰ ਕਰਨੀਆਂ ਨਹੀਂ ਆ ਰਹੀਆਂ ਸੋ ਸਭ ਤੋਂ ਪਹਿਲਾਂ ਤਾਂ ਸਾਡੇ ਕਲਚਰ ਦਾ ਹਿੱਸਾ ਹੀ ਨਹੀਂ ਰਿਹਾਗਾ ਕਿ ਸਾਨੂੰ ਇਹਨਾਂ ਸਥਿਤੀਆਂ ਦੇ ਵਿੱਚੋਂ ਕੱਢਣਾ ਕਿਵੇਂ ਆ ਸਾਨੂੰ ਇਹ ਸਥਿਤੀਆਂ ਸਾਨੂੰ ਜਾਣਕਾਰੀ ਨਹੀਂ ਮਿਲੀ ਸਾਨੂੰ ਇੱਕ ਐਜੂਕੇਸ਼ਨ ਹੀ ਨਹੀਂ ਮਿਲੀ ਕਿ ਇਹਨਾਂ ਸਥਿਤੀਆਂ ਦੇ ਵਿੱਚੋਂ ਅਸੀਂ ਆਪਦੇ ਆਪ ਨੂੰ ਕੱਢਣਾ ਕਿਵੇਂ ਆ ਇਹਨਾਂ ਸਥਿਤੀਆਂ ਦੇ ਵਿੱਚ ਅਸੀਂ ਮਦਦ ਕਿਵੇਂ ਲੈਣੀ ਆ ਕਿਸੇ ਦੀ ਸੋ ਇਹ ਇੱਕ ਬੜੀ
ਵੱਡੀ ਚੀਜ਼ ਹੋ ਜਾਂਦੀ ਆ। ਸੋ ਸਭ ਤੋਂ ਪਹਿਲਾਂ ਤਾਂ ਐਂਡ ਅੱਜ ਅਸੀਂ ਗੱਲ ਕਰਾਂਗੇ ਕਿ ਇਸ ਸਥਿਤੀ ਦੇ ਇਸ ਮਾਨਸਿਕ ਸਥਿਤੀ ਦੇ ਵਿੱਚੋਂ ਤੁਸੀਂ ਨਿਕਲ ਕਿਵੇਂ ਸਕਦੇ ਆ। ਸੋ ਜੀ ਹਾਂ, ਸੋ ਬਿਕਾਜ਼ ਸਾਡੇ ਕੋਲ ਕੋਈ ਸਾਡੇ ਕੋਲ ਕੋਈ ਪਹਿਲੀ ਟ੍ਰੇਨਿੰਗ ਨਹੀਂ ਹੈਗੀ, ਸਾਡੇ ਕੋਲ ਕੋਈ ਪਹਿਲਾ ਬੈਕਗ੍ਰਾਉਂਡ ਇਨਫੋਰਮੇਸ਼ਨ ਨਹੀਂ ਆਉਣੀ। ਸਾਡੇ ਕਲਚਰ ਨੇ ਜਿਵੇਂ ਇਹਨੂੰ ਰਿਸੀਵ ਕੀਤਾ, ਉਹ ਸਿਰਫ ਚੁੱਪ ਕਰਕੇ ਆਪਣਾ ਦੁੱਖ ਨਹੀਂ ਦੱਸਣਾ। ਜੇ ਤੁਹਾਡਾ ਦਿਲ ਟੁੱਟਿਆ ਤੁਸੀਂ ਦੱਸਣਾ ਨਹੀਂ, ਜੇ ਤੁਸੀਂ ਦਿਲ ਟੁੱਟਿਆ ਦੱਸਿਆ ਲੋਕ ਤੁਹਾਡਾ ਮਜ਼ਾਕ ਉਡਾਉਣਗੇ, ਲੋਕ ਤੁਹਾਨੂੰ ਕਮਜ਼ੋਰ ਸਮਝਣਗੇ। ਇਸ ਕਰਕੇ ਤੁਸੀਂ ਚੁੱਪ ਰਹਿਣਾ ਵਾ ਐਂਡ ਇਸ ਕਰਕੇ ਅਸੀਂ ਉਹੀ ਚੁੱਪ ਧਾਰਨ ਕਰ ਲੈਂਦੇ ਹਾਂ। ਸਾਡੇ ਅੰਦਰ ਉਹ ਜਿਹੜੇ ਜਿਹੜੇ ਦੁੱਖ ਦੇ ਗੋਲੇ ਜੋ ਬਣਦੇ ਰਹਿੰਦੇ ਆ, ਸਾਡੇ ਉਹ ਐਡ ਹੋਈ ਜਾਂਦਾ ਰਹਿੰਦਾ। ਕਿਉਂਕਿ ਕਿਸੇ ਵੀ ਬਿਮਾਰੀ ਨੂੰ ਤੁਸੀਂ ਜਦੋਂ ਟ੍ਰੀਟ ਨਹੀਂ ਕਰਦੇ ਐਂਡ ਇਹ ਨਹੀਂ ਹੈਗਾ ਕਿ ਉਹ ਚਲੀ ਜਾਂਦੀ ਵਕਤ ਦੇ ਨਾਲ। ਵਕਤ ਅਕਸਰ ਆਪਣੇ ਕਲਚਰ ਦੇ ਵਿੱਚ ਕਿਹਾ ਜਾਂਦਾ ਕਿ ਵਕਤ ਦੇ ਨਾਲ ਦੁੱਖ ਠੀਕ ਹੋ ਜਾਂਦਾ। ਵਕਤ ਦੇ ਨਾਲ ਦੁੱਖ ਨਹੀਂ ਠੀਕ ਹੁੰਦਾ, ਵਕਤ ਦੇ ਵਿੱਚ ਅਸੀਂ ਕਰਦੇ ਕੀ ਆ ਉਹਦੇ ਨਾਲ ਦੁੱਖ ਠੀਕ ਹੁੰਦਾ। ਜੇ ਉਸ ਵਕਤ ਦੇ ਵਿੱਚ ਤੁਸੀਂ ਉਸ ਨੂੰ ਕੁਛ ਨਾ ਕੁਛ ਕੀਤਾ ਹੀ ਨਹੀਂ, ਸੋ ਤੁਹਾਡੇ ਸਰੀਰ ਤੇ ਜ਼ਖਮ ਹੋ ਗਿਆ, ਤੁਹਾਡੇ ਅੰਦਰ ਕੋਈ ਪ੍ਰੋਬਲਮ ਆ, ਤੁਸੀਂ ਕੁਝ ਕਰ ਹੀ ਨਹੀਂ ਰਹੇ, ਤੇ ਚਾਹੇ ਸਾਲ ਲੰਘ ਜਾਓ ਤੁਹਾਨੂੰ ਪ੍ਰੋਬਲਮ ਹਜੇ ਵੀ ਆਊਗੀ। ਕਿਉਂ? ਕਿਉਂਕਿ ਤੁਸੀਂ ਕਰ ਨਹੀਂ। ਸੋ ਅਸੀਂ ਵਕਤ ਦੇ ਵਿੱਚ ਕਰਨਾ ਕੀ ਆ? ਸੋ ਸਭ ਤੋਂ ਪਹਿਲਾਂ ਤਾਂ ਸਾਡੇ ਜਿਹੜੇ ਕਲਚਰ ਦੀ ਇੱਕ ਪਹਿਲੀ ਬਲੀਫ ਸਿਸਟਮ ਆ, ਅਸੀਂ ਵੱਡੇ ਹੋਏ ਆ ਕਿ ਇੱਕ ਹੀ ਰਿਸ਼ਤਾ ਜ਼ਿੰਦਗੀ 'ਚ ਬਣਨਾ ਚਾਹੀਦਾ ਐਂਡ ਇੱਕ ਹੀ ਰਿਸ਼ਤਾ ਤੁਹਾਡਾ ਸਿਰੇ ਚੜ੍ਹਨਾ ਚਾਹੀਦਾ। ਐਂਡ ਜੇ ਤੁਹਾਡਾ ਇੱਕ ਹੀ ਰਿਸ਼ਤਾ ਸਿਰੇ ਨਹੀਂ ਚੜਿਆ ਤੇ ਲੋਕ ਤੁਹਾਨੂੰ ਜੱਜ ਕਰਨਗੇ, ਤੁਸੀਂ ਸ਼ੇਮ ਮਹਿਸੂਸ ਕਰੋਗੇ। ਇਹ ਬਲੀਫ ਸਿਸਟਮ ਹੈ ਬੜਾ ਸਟਰੋਂਗਲੀ। ਅਸੀਂ ਮੂਵੀਆਂ ਦੇ ਵਿੱਚ ਕੀ ਦੇਖਿਆ, ਟੀਵੀ ਦੇ ਵਿੱਚ ਕੀ ਦੇਖਿਆ, ਸਾਨੂੰ ਬੜੀ ਸਟਰੋਂਗਲੀ ਇਹ ਚੀਜ਼ਾਂ ਦੇ ਮੈਸੇਜ ਦਿੱਤੇ ਜਾਂਦੇ ਆ ਕਿ ਰਿਸ਼ਤਾ ਇੱਕ ਫੋਰਐਵਰ ਵਾਸਤੇ ਹੁੰਦਾ ਵਾ। ਐਂਡ ਸੋ ਇਸ ਸਾਡੇ ਵਿਸ਼ਵਾਸ ਟੁੱਟਦਾ, ਜਦੋਂ ਸਾਡਾ ਇੱਕ ਰਿਸ਼ਤਾ ਟੁੱਟਦਾ ਨਾ, ਸਾਡਾ ਵਿਸ਼ਵਾਸ ਟੁੱਟਦਾ, ਜਿਹੜਾ ਕਿ ਸਾਨੂੰ ਜਨਮ ਤੋਂ ਸ਼ੁਰੂ ਤੋਂ ਅਸੀਂ ਲੋਕਾਂ ਨੇ ਸਾਨੂੰ ਉਹ ਵਿਸ਼ਵਾਸ ਸਾਡੇ ਦਿਮਾਗ 'ਚ ਪਾਇਆ ਕਿ ਇੱਕ ਹੀ ਰਿਸ਼ਤਾ ਤੁਹਾਡਾ ਵਧੀਆ ਹੋਣਾ ਚਾਹੀਦਾ। ਬਸ ਜਿਸ ਰਿਸ਼ਤੇ 'ਚ ਪਾਓ ਉਹ ਅੰਤ ਤੱਕ ਹੋਣਾ ਚਾਹੀਦਾ, ਉਹ ਜਿੰਨਾ ਚਿਰ ਤੁਸੀਂ ਤੁਹਾਡੀ ਡੈਥ ਨਹੀਂ ਹੁੰਦੀ ਉਹਨਾਂ ਚਿਰ ਉਹ ਰਿਸ਼ਤਾ ਖਤਮ ਨਹੀਂ ਹੋਣਾ ਚਾਹੀਦਾਗਾ। ਸੋ ਕਿਸੇ ਹੋਰ ਦਿਨ ਆਪਾਂ ਗੱਲ ਕਰਾਂਗੇ ਜਿਹੜਾ ਡੋਮੈਸਟਿਕ ਵਾਇਲੈਂਸ ਆ ਜਾਂ ਰਿਸ਼ਤਿਆਂ ਦੇ ਵਿੱਚ ਅਸੀਂ ਵਾਇਲੈਂਸ ਕਿਉਂ ਟੋਲਰੇਟ ਕਰਦੇ ਆ। ਸੋ ਇਹ ਇਸ ਕਰਕੇ ਸੋ ਆ ਜਿਹੜਾ ਬੜਾ ਵੱਡਾ ਵਿਸ਼ਵਾਸ ਸਿਸਟਮ ਆ ਜਿਹੜਾ ਸਾਡਾ ਟੁੱਟਦਾ ਜਦੋਂ ਕੋਈ ਰਿਸ਼ਤਾ ਟੁੱਟਦਾ ਵਾ। ਸੋ ਇਹ ਇੱਕ ਸੱਟ ਬਹੁਤ ਵੱਡੀ ਆ। ਆਮ ਦੇਖੋ ਤੁਸੀਂ ਕੋਈ ਵੀ ਚੀਜ਼ ਆ, ਵਿਸ਼ਵਾਸ ਟੁੱਟਦਾ, ਵਿਸ਼ਵਾਸ ਦਾ ਟੁੱਟਣਾ, ਅੰਦਰ ਦਾ ਟੁੱਟਣਾ, ਆਪਦੀਆਂ ਉਮੀਦਾਂ ਦਾ ਟੁੱਟਣਾ ਵਾ। ਸੋ ਇਹ ਬਹੁਤ ਵੱਡੀ ਸੱਟ ਆ। ਹੋ ਸਕਦਾ ਸਾਨੂੰ ਇਹ ਸੱਟ ਦਿਖਦੀ ਨਾ ਹੋਵੇ ਐਂਡ ਤੁਸੀਂ ਆਮ ਦੇਖੋ ਕਿ ਜੇ ਤੁਹਾਨੂੰ ਕੋਈ ਕਵੇ ਕਿ ਤੁਹਾਡੀ ਲੱਤ ਟੁੱਟ ਜੇ ਜਾਂ ਤੁਹਾਡਾ ਦਿਲ ਟੁੱਟ ਜੇ ਤੇ ਮੋਸਟ ਆਫ ਲੋਕੀ ਉਸ ਲੱਤ ਟੁੱਟਣ ਦੇ ਜਾਣਗੇ, ਬਿਕਾਜ਼ ਅਸੀਂ ਚਾਹੁੰਦੇ ਨਹੀਂ ਸਾਡਾ ਦਿਲ ਟੁੱਟੇ। ਕਿਉਂਕਿ ਦਿਲ ਟੁੱਟਣਾ ਇੱਕ ਬਹੁਤ ਵੱਡੀ ਗ੍ਰੀਫ ਆ, ਇੱਕ ਬਹੁਤ ਵੱਡਾ ਅੰਦਰੋਂ ਦੁੱਖ ਆ, ਤੁਹਾਡੇ ਬਹੁਤ ਵੱਡਾ ਤੁਹਾਡਾ ਅੰਦਰ ਇਮੋਸ਼ਨਲ ਸਿਸਟਮ ਕਿਸ ਥਰੂ ਜਾਂਦਾ ਵਾ। ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ। ਸੋ ਦੂਸਰਾ ਸਾਡੇ ਵਿਸ਼ਵਾਸ ਦਾ ਟੁੱਟਣਾ। ਸੋ ਅੱਜ ਮੈਂ ਤੁਹਾਨੂੰ ਵੈਸੇ ਤਾਂ ਜਿਹੜੇ ਜਿਨ੍ਹਾਂ ਨੇ ਸਾਨੂੰ ਕੁਐਸਚਨ ਲਿਖਿਆ, ਮੈਂ ਤੁਹਾਨੂੰ ਰეკਮੈਂਡ ਕਰੂੰਗੀ ਤੁਸੀਂ ਕਾਉਂਸਲਿੰਗ ਲਓ, ਕਿਉਂਕਿ ਇਹਦੇ ਵਿੱਚ ਨਾ ਸਾਡੇ ਪੈਟਰਨ ਸਾਨੂੰ ਪਤਾ ਲੱਗਦੇ ਆ। ਸੋ ਉਹ ਇੱਕ ਤੁਸੀਂ ਕਾਉਂਸਲਿੰਗ ਸੈਸ਼ਨ ਜ਼ਰੂਰ ਲੈ ਸਕਦੇ ਹੋ, ਕਿਤੋਂ ਵੀ ਲੈ ਸਕਦੇ ਹੋ। ਬਾਕੀ ਜਿਹੜੇ ਮੈਂ ਟਿਪਸ ਦਊਂਗੀ, ਸੋ ਫੋਰ ਐਗਜ਼ਾਮਪਲ ਜਦੋਂ ਵੀ ਇੱਕ ਸਾਨੂੰ ਦਿੱਤਾ ਜਾਂਦਾ ਨਾ ਕਿ ਅਸੀਂ ਇੱਕ ਰਿਸ਼ਤੇ ਬਾਰੇ ਸੋਚਦੇ, ਅਸੀਂ ਹਮੇਸ਼ਾ ਰਿਸ਼ਤੇ ਬਾਰੇ ਜਦੋਂ ਸਾਡਾ ਟੁੱਟਦਾ ਵਾ ਰਿਸ਼ਤਾ, ਉਦੋਂ ਬਾਅਦ ਅਸੀਂ ਸਿਰਫ ਉਹਦੀਆਂ ਚੰਗੀਆਂ ਚੀਜ਼ਾਂ ਹੀ ਸੋਚਦੇ ਆ। ਉਹਦੇ ਵਿੱਚ ਚੰਗੀਆਂ ਚੀਜ਼ਾਂ ਕੀ ਸੀ, ਸਾਡਾ ਦਿਮਾਗ ਇਹ ਭੁੱਲ ਜਾਂਦਾ ਵਾ ਕਿ ਉਸ ਰਿਸ਼ਤੇ 'ਚ ਖਰਾਬ ਕੀ ਸੀ, ਉਸ ਰਿਸ਼ਤੇ ਦਾ ਵਰਕ ਕਿਉਂ ਨਹੀਂ ਸੀ ਕਰ ਰਿਹਾ। ਸੋ ਬਿਕਾਜ਼ ਅਸੀਂ ਸਿਰਫ ਇਹੀ ਸੋਚਦੇ ਹਾਂ ਕਿ ਉਸ ਰਿਸ਼ਤੇ ਚੰਗੀਆਂ ਚੀਜ਼ਾਂ ਕੀ ਸੀ, ਸਾਡਾ ਦਿਮਾਗੀ ਤੌਰ ਤੇ ਅਸੀਂ ਸਫਰ ਜ਼ਿਆਦਾ ਕਰੀ ਜਾਂਦੇ ਹਾਂ। ਸੋ ਇਹਦੇ ਵਿੱਚ ਤੁਸੀਂ ਕਰਨਾ ਕੀ ਆ ਕਿ ਜਦੋਂ ਇਸ ਪ੍ਰੋਸੈਸ ਦੇ ਵਿੱਚੋਂ ਨਿਕਲ ਰਹੇ ਹੋ, ਤੁਸੀਂ ਇੱਕ ਕਾਪੀ ਪੈਨ ਲੈ ਕੇ ਇੱਕ ਲਿਸਟ ਬਣਾਓ, ਕਿਉਂ ਨਹੀਂ ਰਿਸ਼ਤਾ ਤੁਹਾਡਾ ਵਧੀਆ ਚੱਲ ਰਿਹਾ ਸੀ, ਇਸ ਰਿਸ਼ਤੇ ਵਿੱਚ ਕੀ ਕੀ ਕਮੀਆਂ ਸੀਗੀਆਂ, ਕਿਉਂ ਇਹ ਰਿਸ਼ਤਾ ਤੁਹਾਡੇ ਲਈ ਚੰਗਾ ਨਹੀਂ ਸੀ, ਤੁਹਾਡੀ ਜ਼ਿੰਦਗੀ ਵਾਸਤੇ ਚੰਗਾ ਨਹੀਂ ਸੀ। ਬਿਕਾਜ਼ ਤੁਹਾਨੂੰ ਇਹ ਕੌਨਸ਼ੀਅਸਲੀ ਆਪਦੇ ਆਪ ਨੂੰ ਯਾਦ ਕਰਾਉਣਾ ਪੈਣਾ ਵਾ। ਇਹ ਬਹੁਤ ਸੌਖਾ ਨਹੀਂ। ਜਿਵੇਂ ਆਪਾਂ ਨੈਗੇਟਿਵ ਸੋਚ ਆ ਉਹ ਬਹੁਤ ਛੇਤੀ ਆ ਜਾਂਦੀ ਆ। ਉਸ ਵਕਤ ਜਿਹੜੇ ਰਿਸ਼ਤੇ 'ਚ ਜਦੋਂ ਸਾਡਾ ਰਿਸ਼ਤਾ ਕੋਈ ਵੀ ਟੁੱਟਦਾ ਨਾ, ਤੇ ਜਦੋਂ ਉਹਦੀਆਂ ਚੰਗੀਆਂ ਚੀਜ਼ਾਂ ਹੁੰਦੀਆਂ ਸਾਨੂੰ ਬਹੁਤ ਯਾਦ ਆਉਂਦੀਆਂ ਜਦੋਂ ਟੁੱਟਣ ਤੋਂ ਬਾਅਦ। ਸੋ ਉਹ ਯਾਦ ਇੰਨੀਆਂ ਆਈ ਜਾਂਦੀਆਂ ਵਾ ਤੇ ਸਾਡੇ ਦਿਮਾਗ ਨੂੰ ਅਸੀਂ ਹੋਰ ਸਫਰ ਕਰੀ ਜਾਂਦੇ ਆ। ਸੋ ਉਹਦੇ ਬਜਾਏ ਅਸੀਂ ਚੈਲੰਜ ਕਰਨਾ ਵਾ, ਇੱਕ ਪੇਪਰ ਪੈਨ ਲੈ ਕੇ ਲਿਖੋ ਕਿ ਕਿਉਂ ਰਿਸ਼ਤਾ ਵਧੀਆ ਨਹੀਂ ਸੀ, ਕਿਉਂ ਉਸ ਰਿਸ਼ਤੇ ਦੇ ਵਿੱਚ ਤੁਹਾਨੂੰ ਕੀ ਡਿਫਿਕਲਟੀਜ਼ ਆ ਰਹੀਆਂ ਸੀ। ਐਂਡ ਇਹ ਕੌਨਸਟੈਂਟਲੀ ਤੁਹਾਨੂੰ ਆਪਦੇ ਆਪ ਨੂੰ ਯਾਦ ਕਰਾਉਣਾ ਪੈਣਾ। ਬਿਕਾਜ਼ ਲੋਕ ਤੁਹਾਨੂੰ ਦੂਜਿਆਂ ਜਿਵੇਂ ਆਲੇ ਦੁਆਲੇ ਦੇ ਲੋਕ ਆ ਜਾਂ ਕੋਈ ਤੁਸੀਂ ਬਾਲੀਵੁੱਡ ਮੂਵੀ ਵੇਖ ਲਈ ਆ ਜਾਂ ਕੋਈ ਤੁਸੀਂ ਪੰਜਾਬੀ ਮੂਵੀ ਦੇਖਦੀ ਆ ਜਿਹਦੇ ਵਿੱਚ ਜਨਮਾਂ ਦੇ ਸਾਥੀ ਜਾਂ ਚੌਦਾਂ ਦਾ ਦੇਖਿਆ, ਕਿਉਂਕਿ ਉਹ ਚੀਜ਼ਾਂ ਤੁਹਾਨੂੰ ਯਾਦ ਕਰਾਉਣਗੀਆਂ ਕਿ ਉਹ ਰਿਸ਼ਤੇ 'ਚ ਚੰਗੀਆਂ ਚੀਜ਼ਾਂ ਸੀਗੀਆਂ। ਸੋ ਤੁਸੀਂ ਇਹ ਭੁੱਲ ਜਾਓਗੇ ਕਿ ਕਿਉਂਕਿ ਕੋਈ ਵੀ ਰਿਸ਼ਤਾ ਟੁੱਟਦਾ ਕਿਉਂਕਿ ਉਸ ਰਿਸ਼ਤੇ ਦੇ ਵਿੱਚ ਸਰਵਾਈਵੇਬਿਲਿਟੀ ਨਹੀਂ ਸੀ,
ਕੋਈ ਵੀ ਰਿਸ਼ਤਾ ਟੁੱਟਦਾ ਵਾ ਬਿਕਾਜ਼ ਉਹਦੇ ਵਿੱਚ ਕੁਝ ਕਮਜ਼ੋਰੀਆਂ ਸੀਗੀਆਂ, ਉਸ ਰਿਸ਼ਤੇ ਦੇ ਵਿੱਚ ਕੁਝ ਚੰਗਾ ਨਹੀਂ ਸੀ ਚੱਲ ਰਿਹਾਗਾ, ਉਸ ਰਿਸ਼ਤੇ ਵਿੱਚ ਟਿਊਨਮੈਂਟ ਜਾਂ ਕਿਸੇ ਵੀ ਤਰੀਕੇ ਨਾਲ ਚੰਗੀ ਨਹੀਂ ਸੀ ਚੱਲ ਰਹੀ। ਸੋ ਜੇ ਤੁਸੀਂ ਉਹ ਦਿਮਾਗ ਨੂੰ ਆਪਦੇ ਨੂੰ ਉੱਥੇ ਫੋਕਸ ਕਰਨਾ, ਸੋ ਇੱਕ ਪੇਪਰ ਪੈਨ ਲੈ ਕੇ ਰੋਜ਼ 10 ਜਾਂ 8-9 ਚੀਜ਼ਾਂ ਲਿਖੋ ਜਿਹੜੀਆਂ ਕਿ ਉਸ ਰਿਸ਼ਤੇ ਵਿੱਚ ਚੰਗੀਆਂ ਨਹੀਂ ਸੀ, ਐਂਡ ਇਹ ਰਿਲੀਜੀਅਸਲੀ ਤੁਸੀਂ ਕਰਨਾ। ਜਿਵੇਂ ਤੁਸੀਂ ਆਪਦੇ ਬ੍ਰਸ਼ ਕਰਦੇ ਹੋ ਟੀਥ ਆਪਦੇ ਟੀਥ ਬ੍ਰਸ਼ ਕਰਦੇ ਹੋ, ਜਿਵੇਂ ਤੁਸੀਂ ਆਪਦੇ ਘਰ ਦੀ ਸਫਾਈ ਕਰਦੇ ਹੋ, ਜਿਵੇਂ ਤੁਸੀਂ ਕੰਮ ਤੇ ਜਾਂਦੇ ਹੋ, ਸੋ ਉਵੇਂ ਹੀ ਰਿਲੀਜੀਅਸਲੀ ਤੁਸੀਂ ਇੱਕ ਲਿਸਟ ਬਣਾਉਣੀ ਆ ਜਿਹੜੀ ਕਿ ਤੁਹਾਨੂੰ ਇਹ ਦੱਸੂ ਉਸ ਰਿਸ਼ਤੇ ਦੇ ਵਿੱਚ ਚੰਗੀਆਂ ਚੀਜ਼ਾਂ ਕੀ ਨਹੀਂ ਸੀਗੀਆਂ। ਐਂਡ ਤੁਸੀਂ ਦੇਖੋਗੇ ਕਿ ਜਦੋਂ ਉਸ ਲਿਸਟ ਨੂੰ ਰੋਜ਼ ਤੁਸੀਂ ਸਵੇਰ ਉੱਠ ਕੇ ਜਾਂ ਕਿਸੇ ਵੀ ਦਿਨ ਦੇ ਕਿਸੇ ਵੀ ਟਾਈਮ ਤੇ ਤੁਸੀਂ ਉਸ ਲਿਸਟ ਨੂੰ ਦੇਖਣ ਲੱਗ ਗਏ ਕਿ ਤੁਹਾਨੂੰ ਯਾਦ ਆਉਣ ਲੱਗ ਜੂ ਕਿ ਕਿਹੜੀਆਂ ਚੀਜ਼ਾਂ ਉਸ ਰਿਸ਼ਤੇ ਦੇ ਵਿੱਚ ਚੰਗੀਆਂ ਨਹੀਂ ਸੀ। ਐਂਡ ਹੋਊਗਾ ਕਿ ਜਿਹੜਾ ਤੁਹਾਡਾ ਮਾਨਸਿਕ ਲੈਵਲ ਆ ਉਹ ਇਸ ਚੀਜ਼ ਨਾਲ ਸ਼ਾਂਤੀ ਬਣਾਉਣ ਲੱਗ ਜੂਗਾ। ਬਿਕਾਜ਼ ਜਦੋਂ ਤੁਸੀਂ ਉਹ ਸਾਰੀਆਂ ਚੀਜ਼ਾਂ ਧਿਆਨ 'ਚ ਰੱਖ ਕੇ ਰੱਖੋਗੇ ਵੀ ਆਹ ਵੀ ਨਹੀਂ ਸੀ ਚੰਗਾ ਉਸ ਰਿਸ਼ਤੇ 'ਚ, ਆਹ ਵੀ ਨਹੀਂ ਸੀ ਚੰਗਾ, ਆਹ ਵੀ ਨਹੀਂ ਸੀ ਚੰਗਾ, ਆਹ ਵੀ ਨਹੀਂ ਸੀ ਚੰਗਾ, ਐਂਡ ਉਹ ਸਾਰੀਆਂ ਲਿਸਟ ਤੁਹਾਡਾ ਦਿਮਾਗ ਜਾਗਣ ਲੱਗ ਜੂਗਾ। ਤੁਹਾਡੀ ਮਾਨਸਿਕ ਸਥਿਤੀ ਹੈ ਜਿਹੜੀ ਉਹ ਸ਼ਾਂਤੀ ਵੱਲ ਜ਼ਿਆਦਾ ਜਾਣ ਲੱਗ ਜੂਗੀ। ਹੁਣ ਤੁਸੀਂ ਸਫਰ ਨਹੀਂ ਕਰੋਗੇ। ਐਂਡ ਇਹ ਤੁਸੀਂ ਟਰਾਈ ਕਰਕੇ ਦੇਖਿਓ, 100% ਆਫ ਦਾ ਟਾਈਮ ਇਹ ਇਫੈਕਟਿਵ ਆ। ਪ੍ਰੋਬਲਮ ਉੱਥੇ ਅਸੀਂ ਸਫਰ ਹਾਰਟ ਬ੍ਰੇਕ ਉੱਥੇ ਕਰਦੇ ਆ ਜਦੋਂ ਰਿਸ਼ਤਾ ਟੁੱਟਣ ਤੋਂ ਬਾਅਦ ਅਸੀਂ ਸਿਰਫ ਤੇ ਸਿਰਫ ਰਿਸ਼ਤੇ ਦੀਆਂ ਚੰਗੀਆਂ ਹੀ ਚੀਜ਼ਾਂ ਦੇਖਦੇ ਆ। ਅਸੀਂ ਦੇਖਦੇ ਆ ਕਿ ਅਸੀਂ ਕਿਤੇ ਉੱਥੇ ਘੁੰਮਣ ਕਿੱਥੇ ਗਏ ਸੀਗੇ, ਅਸੀਂ ਗੱਲਾਂ 'ਚ ਕਿੰਨੀਆਂ ਚੰਗੀਆਂ ਗੱਲਾਂ ਕੀਤੀਆਂ ਸੀ, ਅਸੀਂ ਕਿਹੜੇ ਗਾਣੇ ਇਕੱਠੇ ਸੁਣੇ ਸੀਗੇ, ਜਾਂ ਕਿਹੜੀ ਅਸੀਂ ਸ਼ਾਪਿੰਗ ਵਗੈਰਾ ਕੀਤੀ। ਤੁਸੀਂ ਇਦਾਂ ਦੀਆਂ ਚੀਜ਼ਾਂ ਚੰਗੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਚੰਗੇ ਐਕਸਪੀਰੀਅੰਸ ਹੋਏ ਵੇ ਉਸ ਰਿਸ਼ਤੇ 'ਚ, ਤੁਸੀਂ ਉਹ ਯਾਦ ਕਰਦੇ ਆ ਐਂਡ ਐਜ਼ ਅ ਰਿਜ਼ਲਟ ਉਹ ਤੁਹਾਨੂੰ ਦੁੱਖ ਦੇਣਗੇ। ਸੋ ਉਹਦੇ ਤੇ ਆਪੋਜ਼ਿਟ ਤੁਸੀਂ ਕੀ ਕਰਨਾ ਵਾ ਕਿ ਉਸ ਰਿਸ਼ਤੇ ਦੇ ਵਿੱਚ ਜਿਹੜੀਆਂ ਚੰਗੀਆਂ ਸੀਗੀਆਂ ਉਹ ਤੁਸੀਂ ਯਾਦ ਰੱਖਣੀਆਂ ਐਂਡ ਰੋਜ਼ ਆਪਣੇ ਆਪ ਨੂੰ ਯਾਦ ਕਰਾਉਣੀਆਂ। ਕਿਸੇ ਹੋਰ ਨੇ ਤੁਹਾਨੂੰ ਯਾਦ ਕਰਾਵੇ ਨਾ ਕਰਾਵੇ, ਪਰ ਤੁਸੀਂ ਆਪਣੇ ਆਪ ਨੂੰ ਰੋਜ਼, ਜਿੰਨਾ ਚਿਰ ਤੁਸੀਂ ਉਹ ਪ੍ਰੋਸੈਸ ਦੇ ਵਿੱਚੋਂ ਫੁੱਲੀ ਨਹੀਂ ਲੰਘਦੇ, ਆਪਦੇ ਆਪ ਨੂੰ ਰੋਜ਼ ਤੁਸੀਂ ਉਹ ਚੀਜ਼ਾਂ ਯਾਦ ਕਰਾਉਣੀਆਂ ਜਿਸ ਕਰਕੇ ਰਿਸ਼ਤਾ ਚੰਗਾ ਨਹੀਂ ਸੀ। ਐਂਡ ਜਿੰਨਾ ਤੁਸੀਂ ਉਹਨਾਂ ਨੂੰ ਚੀਜ਼ਾਂ ਨੂੰ ਲਿਖੋਗੇ ਤੇ ਉਹਨਾਂ ਨੂੰ ਰੋਜ਼ ਨਾਤੇ ਉਹਨਾਂ ਵੱਲ ਵੇਖੋਗੇ, ਤੁਹਾਡੀ ਜਿਹੜੀ ਮਾਨਸਿਕ ਸਥਿਤੀ ਹੈ ਉਹ ਬੈਟਰ ਹੋਊਗੀ। ਦੂਸਰਾ, ਤੁਸੀਂ ਕੋਈ ਇੱਕ ਸਪੋਰਟ ਸਿਸਟਮ ਆਪਣੇ ਵਾਸਤੇ ਲੱਭੋ ਜਿੱਥੇ ਤੁਸੀਂ ਗੱਲਬਾਤ ਕਰ ਸਕੋ ਐਂਡ ਤੁਸੀਂ ਸਿੰਪਲੀ ਕਿਸੇ ਨੂੰ ਕਹਿ ਸਕਦੇ ਹੋ ਜਿਹਦੇ ਨਾਲ ਗੱਲ ਕਰਨੀ ਆ, ਜਿੱਥੇ ਤੁਹਾਨੂੰ ਲੱਗੇ ਕਿ ਕੋਈ ਤੁਹਾਨੂੰ ਸੁਣ ਰਿਹਾ ਵਾ, ਜਿੱਥੇ ਤੁਹਾਨੂੰ ਇਹ ਨਾ ਲੱਗੇ ਕਿ ਕੋਈ ਤੁਹਾਨੂੰ ਜੱਜ ਕਰ ਰਿਹਾ, ਉੱਥੇ ਨਾ ਦੱਸੋ। ਜਿੱਥੇ ਤੁਹਾਨੂੰ ਲੱਗਦਾ ਕਿ ਮੈਨੂੰ ਕੋਈ ਸੁਣਿਆ ਜਾ ਰਿਹਾ ਐਂਡ ਮੇਬੀ ਤੁਸੀਂ ਦੂਸਰੇ ਬੰਦੇ ਨੂੰ ਇਨਸਟਰਕਸ਼ਨ ਦੇ ਸਕਦੇ ਹੋ, ਮੈਨੂੰ ਐਡਵਾਈਸ ਦੇਣ ਦੀ ਲੋੜ ਨਹੀਂ। ਬਿਕਾਜ਼ ਆਮ ਜਦੋਂ ਰਿਸ਼ਤਾ ਟੁੱਟਦਾ ਨਾ ਲੋਕ ਕਈ ਵਾਰ ਕਹਿ ਦਿੰਦੇ ਆ ਕੋਈ ਨਹੀਂ, ਇਦੋਂ ਵੀ ਵਧੀਆ ਤੇਰਾ ਰਿਸ਼ਤਾ ਤੇਰੀ ਦੀ ਜ਼ਿੰਦਗੀ ਦੇ ਵਿੱਚ ਆਊਗਾ, ਇਦੋਂ ਵੀ ਵਧੀਆ ਇਨਸਾਨ ਤੁਹਾਡੀ ਜ਼ਿੰਦਗੀ, ਐਂਡ ਉਹ ਚੀਜ਼ਾਂ ਹੈਲਪ ਨਹੀਂ ਕਰਦੀਆਂ ਸਾਡੀ। ਬਿਕਾਜ਼ ਅਸੀਂ ਹੋਰ ਵੀ ਫਰਸਟ੍ਰੇਟ ਹੋ ਜਾਂਦੇ ਆ ਬਿਕਾਜ਼ ਉਸ ਵਕਤ ਸਾਡੀ ਉਹ ਮਾਨਸਿਕ ਸਥਿਤੀ ਨਹੀਂ ਹੁੰਦੀ ਉਸ ਵਕਤ। ਸੋ ਜੇ ਤੁਸੀਂ ਕਿਸੇ ਨੂੰ ਸਪੋਰਟ ਵੀ ਕਰ ਰਹੇ ਹੋ ਜਿਹਦੀ ਹਾਰਟ ਬ੍ਰੇਕ ਹੋਈ ਹੈ ਜਾਂ ਜਿਹਦਾ ਹੁਣ ਦਿਲ ਟੁੱਟਿਆ ਜਾਂ ਜਿਹਦਾ ਰਿਸ਼ਤਾ, ਸੋ ਸਿੰਪਲੀ ਉਹਨੂੰ ਸੁਣਨਾ। ਸੋ ਤੁਸੀਂ ਦੂਸਰੇ ਇਨਸਾਨ ਨੂੰ ਕਹਿ ਸਕਦੇ ਹੋ ਕਿ ਜੇ ਤੁਸੀਂ ਸਫਰ ਕਰ ਰਹੇ ਹੋ ਕਿ ਪਲੀਜ਼ ਮੈਨੂੰ ਸਿਰਫ ਇੱਕ ਸੁਣਨ ਵਾਲਾ ਚਾਹੀਦਾ, ਮੈਨੂੰ ਚਾਹੀਦਾ ਕਿ ਜੋ ਇਨਸਾਨ ਮੇਰਾ ਮਹਿਸੂਸ ਕਰ ਸਕੇ ਮੇਰੀਆਂ ਫੀਲਿੰਗਸ ਨੂੰ। ਐਂਡ ਇਟਸ ਓਕੇ ਜੇ ਤੁਸੀਂ ਫੀਲਿੰਗ ਮਹਿਸੂਸ ਕਰਦੇ ਤਾਂ ਮਤਲਬ ਇਹ ਨਹੀਂ ਕੁਝ ਅੰਦਰ ਗਲਤ ਹੋ ਰਿਹਾ। ਉਹ ਅਨਕੰਫਰਟੇਬਲ ਜ਼ਰੂਰ ਹੈ ਪਰ ਉਹ ਅਨਸੇਫ ਨਹੀਂ ਹੈਗੀਆਂ। ਕਈ ਵਾਰ ਸਾਨੂੰ ਐਂਗਜ਼ਾਇਟੀ ਹੁੰਦੀ ਆ, ਕਈ ਵਾਰ ਸਾਨੂੰ ਪੈਨਿਕ ਅਟੈਕਸ ਹੁੰਦੇ ਆ, ਕਈ ਵਾਰ ਸਾਨੂੰ ਮਾਨਸਿਕ ਤੌਰ ਤੇ ਅਸੀਂ ਘਬਰਾਉਣੇ ਆ, ਸਾਨੂੰ ਡਰ ਲੱਗਦਾ ਵਾ, ਆਪਦਾ ਫਿਊਚਰ ਦਾ ਸੋਚ ਕੇ ਡਰ ਲੱਗਦਾ। ਐਂਡ ਇਟਸ ਓਕੇ, ਉਹ ਚੀਜ਼ਾਂ ਅਨਕੰਫਰਟੇਬਲ ਜ਼ਰੂਰ ਹੋ ਸਕਦੀਆਂ ਪਰ ਇਹਨਾਂ ਨੂੰ ਕਿਸੇ ਦੇ ਨਾਲ ਪ੍ਰੋਸੈਸ ਕਰੋ। ਕੋਈ ਇਨਸਾਨ ਜਿਹੜਾ ਤੁਹਾਨੂੰ ਸੁਣਦਾ ਹੋਵੇ, ਜਿਹੜਾ ਤੁਹਾਨੂੰ ਜੱਜ ਨਾ, ਜਿਹੜਾ ਤੁਹਾਨੂੰ ਸਲਾਹਾਂ ਨਾ ਦਿੰਦਾ ਹੋਵੇ, ਜਿਹੜਾ ਤੁਹਾਨੂੰ ਕੋਈ ਐਡਵਾਈਸ ਨਾ ਦੇਵੇ ਆਉਣ ਵਾਲੇ ਟਾਈਮ ਦੇ ਵਿੱਚ ਹਜੇ ਉਸ ਲਈ ਉਹ ਵੇਟ ਕਰ ਸਕਦੇ ਆ ਤੁਸੀਂ। ਸੋ ਇਹ ਚੀਜ਼ਾਂ। ਐਂਡ ਥਰਡ, ਇੱਕ ਸਪੋਰਟ ਸਿਸਟਮ, ਸਪੋਰਟ ਸਿਸਟਮ। ਐਂਡ ਥਰਡ, ਕੋਈ ਆਪਦੇ ਆਪ ਨੂੰ ਇਸ ਐਕਟੀਵਿਟੀ ਦੇ ਵਿੱਚ ਇਨਵੋਲਵ ਕਰੋ ਜਿੱਥੇ ਤੁਹਾਨੂੰ ਚੰਗਾ ਲੱਗਦਾ। ਫੋਰ ਐਗਜ਼ਾਮਪਲ ਅਕਸਰ ਕਈ ਵਾਰ ਮੈਂ ਕਲਾਇੰਟ ਨੂੰ ਕਹਿੰਦੀ ਹੁੰਦੀ ਹਾਂ ਕਿ ਤੁਸੀਂ ਕਿਸੇ ਵੀ ਹੋਰ ਦੇ ਵਿੱਚ ਜਦੋਂ ਤੁਸੀਂ ਇੱਕ ਸੈਂਸ ਜਾਂ ਤੁਸੀਂ ਮੇਬੀ ਕਿਸੇ ਇੱਕ ਧਾਰਮਿਕ ਸਥਾਨ ਤੇ, ਜਿਹੜਾ ਵੀ ਕੋਈ ਤੁਹਾਡਾ ਟੈਂਪਲ ਹੈ, ਧਾਰਮਿਕ ਸਥਾਨ, ਉੱਥੇ ਜਾ ਕੇ ਤੁਸੀਂ ਸਰਵਿਸ ਕਰ ਸਕਦੇ ਹੋ। ਹਫਤੇ ਦੇ ਵਿੱਚ ਇੱਕ ਦਿਨ ਕਰ ਲਓ ਬਿਕਾਜ਼ ਉਹਦੇ ਨਾਲ ਤੁਹਾਡੇ ਅੰਦਰ ਜਿਹੜੀ ਗ੍ਰੈਟੀਟਿਊਡ ਹੈ, ਜਿਹੜੀ ਸੈਟਿਸਫੈਕਸ਼ਨ ਲੈਵਲ ਆ ਉਹ ਵਧੂਗਾ। ਕੋਈ ਵੀ ਐਕਟੀਵਿਟੀ ਹੋ ਸਕਦਾ, ਤੁਸੀਂ ਕੋਈ ਗੇਮ ਬਹੁਤ ਵਧੀਆ ਕਰਦੇ ਹੋ ਜਾਂ ਤੁਸੀਂ ਸਪੋਰਟ ਬਹੁਤ ਵਧੀਆ ਹੋ ਸਕਦਾ, ਤੁਹਾਡੇ ਲਈ ਰੋਜ਼ ਵਾਕ ਕਰਨਾ ਬਹੁਤ ਪੀਸਫੁਲ ਹੋਵੇ। ਸੋ ਉਦਾਂ ਦੀ ਕੋਈ ਐਕਟੀਵਿਟੀ ਇਨਕੋਆਪਰੇਟ ਕਰਨੀ, ਕਿਉਂਕਿ ਰੂਟੀਨ ਬਣੇ ਹੁੰਦੇ ਨਾ ਜਦੋਂ ਅਸੀਂ ਰਿਸ਼ਤਿਆਂ ਦੇ ਵਿੱਚ ਹੁੰਦੇ ਆ, ਸਾਡਾ ਹੁੰਦਾ ਗਾ ਕਿ ਅਸੀਂ ਇਸ ਵਕਤ ਅਗਲੇ ਨਾਲ ਫੋਨ ਤੇ ਗੱਲ ਕਰਦੇ ਆ ਜਾਂ ਅਸੀਂ ਉਸ ਚਾਹੁੰਦੇ ਆ, ਸਾਡੇ ਰੂਟੀਨ ਵੀ ਟੁੱਟਦੇ ਆ। ਸਾਨੂੰ ਉਸ ਤੋਂ ਬਾਅਦ ਇਹ ਨਹੀਂ ਪਤਾ ਲੱਗਦਾ ਕਿ ਸਾਡੇ ਦਿਨ ਦਾ ਹੁਣ ਗਾਂ ਕੀ ਬਣੂਗਾ, ਸਾਡੇ ਦਿਨ ਕਿਵੇਂ ਲੰਘਿਆ ਕਰਨਗੇ। ਕੰਮ ਤੋਂ ਬਾਅਦ ਅਸੀਂ ਕੀ ਕਰਿਆ ਕਰਾਂਗੇ, ਹੁਣ ਅਸੀਂ ਫੋਨ ਤੇ ਗੱਲ ਨਹੀਂ ਕਰ ਸਕਦੇ ਜਾਂ ਹੁਣ ਅਸੀਂ ਉਸ ਰਿਸ਼ਤੇ ਦੇ ਵਿੱਚ ਰਹਿ ਨਹੀਂ ਰਹੇ, ਉਸ ਇਨਸਾਨ ਨਾਲ ਰਹਿ ਨਹੀਂ ਰਹੇ, ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਬਦਲਾਵ। ਸੋ ਉਹਨਾਂ ਰੂਟੀਨ ਨੂੰ ਜਦੋਂ ਟੁੱਟਦੇ ਆ, ਅਫਕੋਰਸ ਤੁਹਾਨੂੰ ਦੁੱਖ ਹੁੰਦਾ ਵਾ, ਪਰ ਉਹਨਾਂ ਰੂਟੀਨ ਨੂੰ ਕਿਸੇ ਹੋਰ ਚੀਜ਼ਾਂ ਦੇ ਨਾਲ ਭਰਨਾ। ਹੋ ਸਕਦਾ ਤੁਸੀਂ ਸੋਚੋ ਕਹੋ ਕਿ ਮੈਂ ਆਪਣੀ ਇੱਕ ਫਰੈਂਡ ਦੇ ਨਾਲ, ਜਿੱਥੇ ਤੁਸੀਂ ਹਫਤੇ ਦੇ ਵਿੱਚ ਇੱਕ ਦਿਨ ਉਹਨਾਂ ਨਾਲ ਬਾਹਰ ਜਾ ਸਕਦੇ ਹੋ,
ਕਿਸੇ ਵੀ ਨਾਲ ਬਾਹਰ ਜਾ ਸਕਦੇ ਹੋ ਜਿੱਥੇ ਤੁਹਾਨੂੰ ਉਹ ਰੂਟੀਨ ਫੀਲ ਹੁੰਦਾ ਕਿ ਤੁਸੀਂ ਮੇਬੀ ਉਸ ਰਿਸ਼ਤੇ ਦੇ ਵਿੱਚ ਕਿ ਉਹਨਾਂ ਨਾਲ ਬਾਹਰ ਜਾਂਦੇ ਸੀ ਸੋ ਚਾਹੇ ਸ਼ਾਇਦ ਵਿਆਹ ਸੀਗਾ ਚਾਹੇ ਤੁਸੀਂ ਉਸ ਇਨਸਾਨ ਦੇ ਨਾਲ ਰਹਿ ਰਹੇ ਸੀਗੇ ਸੋ ਮਦਦ ਮੰਗਣੀ ਸੋ ਸਪੋਰਟ ਸਿਸਟਮ ਐਂਡ ਤੁਸੀਂ ਮਦਦ ਵੀ ਮੰਗਣੀ ਹੈ ਕਿ ਮੈਨੂੰ ਇਸ ਚੀਜ਼ ਦੀ ਮਦਦ ਦੀ ਲੋੜ ਆ ਐਂਡ ਨੈਵੀਗੇਟ ਕਰਨਾ ਆਪਦੇ ਆਪ ਨੂੰ ਇਮੋਸ਼ਨਲੀ ਸੋ ਸਭ ਤੋਂ ਪਹਿਲਾਂ ਤਾਂ ਲਿਸਟ ਬਣਾਉਣੀ ਕਿ ਕਿਹੜੀਆਂ ਚੰਗੀਆਂ ਚੀਜ਼ਾਂ ਉਸ ਰਿਸ਼ਤੇ ਦੇ ਵਿੱਚ ਨਹੀਂ ਸੀਗੀਆਂ ਐਂਡ ਕਿਹੜੀਆਂ ਐਂਡ ਉਹਨਾਂ ਨੂੰ ਰੋਜ਼ ਉਸ ਲਿਸਟ ਨੂੰ ਬਣਾ ਕੇ ਰੋਜ਼ ਉਸ ਲਿਸਟ ਵੱਲ ਸੋਚਣਾ ਸੈਕੰਡ ਆਪਦਾ ਸਪੋਰਟ ਸਿਸਟਮ ਬਿਲਡ ਕਰਨਾ ਜਿਹੜੇ ਲੋਕ ਤੁਹਾਨੂੰ ਸੁਣਦੇ ਆ ਜਿਹੜੇ ਲੋਕਾਂ ਤੁਹਾਨੂੰ ਐਡਵਾਈਸ ਨਹੀਂ ਦੇਣਗੇ ਜਿਹੜੇ ਲੋਕ ਤੁਹਾਨੂੰ ਇਹ ਨਹੀਂ ਕਹਿਣਗੇ ਬਹੁਤ ਵਧੀਆ ਆ ਜਾਣਾ ਕੋਈ ਨਹੀਂ ਫਿਕਰ ਨਾ ਕਰ ਜਾਂ ਤੁਹਾਡੇ ਦੁੱਖ ਨੂੰ ਦਬਾਉਣ ਨਹੀਂ ਪਰ ਤੁਹਾਡੇ ਦੁੱਖ ਦੇ ਨਾਲ ਮਹਿਸੂਸ ਕਰਨ ਦੇ ਵਿੱਚ ਤੁਹਾਡੀ ਮਦਦ ਕਰਨ ਸੋ ਤੀਸਰਾ ਕੋਈ ਐਕਟੀਵਿਟੀ ਜਿੱਥੇ ਤੁਹਾਡਾ ਰੂਟੀਨ ਟੁੱਟਿਆ ਕੋਈ ਨਾ ਕੋਈ ਇਹੋ ਜਿਹੀ ਐਕਟੀਵਿਟੀ ਆਪਦੀ ਲਾਈਫ ਦੇ ਵਿੱਚ ਇਨਕੋਆਪਰੇਟ ਕਰੋ ਜਾਂ ਇਹੋ ਜਿਹਾ ਕਨੈਕਸ਼ਨ ਕੋਈ ਵੀ ਇਨਕੋਆਪਰੇਟ ਕਰੋ ਜਿੱਥੇ ਤੁਹਾਨੂੰ ਜਿਹੜੇ ਤੁਹਾਡੇ ਰੂਟੀਨ ਜਿਹੜੇ ਤੁਹਾਡੇ ਟੁੱਟੇ ਹੋਏ ਰੋਜ਼ ਦਾ ਰੈਗੂਲਰ ਸੀ ਫੋਰ ਐਗਜ਼ਾਮਪਲ ਜੇ ਤੁਸੀਂ ਰੋਜ਼ ਉਸ ਇਨਸਾਨ ਨਾਲ ਗੱਲ ਕਰਦੇ ਸੀ ਫੋਨ ਤੇ ਅੱਧਾ ਪੌਣਾ ਘੰਟਾ ਤੇ ਤੁਸੀਂ ਉਹ ਅੱਧਾ ਪੌਣਾ ਘੰਟਾ ਕਿਸੇ ਹੋਰ ਆਪਣੇ ਦੋਸਤ ਮਿੱਤਰ ਨਾਲ ਜਿੱਥੇ ਉਹਨਾਂ ਨਾਲ ਤੁਸੀਂ ਗੱਲ ਕਰ ਸਕੋ ਬਿਕਾਜ਼ ਉਹ ਤੁਹਾਨੂੰ ਕਨੈਕਸ਼ਨ ਮਿਲੇ ਸੋ ਤੁਹਾਡਾ ਰੂਟੀਨ ਜਿਹੜਾ ਇੱਕ ਗਿਆ ਵਾ ਉਹ ਜਿਹੜਾ ਖਾਲੀ ਗੈਪ ਆ ਉਹ ਕਿਸੇ ਹੋਰ ਚੀਜ਼ ਨਾਲ ਭਰ ਜਾਵੇ ਐਂਡ ਅਗੇਨ ਮੈਂ ਕਹੂੰਗੀ ਕਿ ਮੋਸਟ ਆਫ ਦ ਟਾਈਮ ਸਾਨੂੰ ਨੈਵੀਗੇਟ ਨਹੀਂ ਕਰਨੀ ਆਉਂਦੀ ਹੁੰਦੀ ਰਿਲੇਸ਼ਨਸ਼ਿਪ ਅਸੀਂ ਟੁੱਟੇ ਰਿਸ਼ਤਿਆਂ ਚੋਂ ਕਿਵੇਂ ਨਿਕਲਣਾ ਸੋ ਮੈਂ ਹਾਈਲੀ ਰეკਮੈਂਡ ਕਰੂੰਗੀ ਕਿ ਤੁਸੀਂ ਕਾਉਂਸਲਿੰਗ ਸੈਸ਼ਨ ਕਿਸੇ ਵੀ ਕਾਉਂਸਲਰ ਦੇ ਨਾਲ ਲਵੋ ਐਂਡ ਮੇਬੀ ਕਈ ਵਾਰ ਕਲਚਰਲੀ ਜਿਹੜਾ ਇਨਸਾਨ ਕਾਉਂਸਲਰ ਹੋਵੇ ਉਹ ਥੋੜਾ ਜਿਹਾ ਕਈ ਵਾਰ ਬੈਟਰ ਅੰਡਰਸਟੈਂਡ ਕਰਦਾ ਵਾ ਬਾਕੀ ਤੁਸੀਂ ਹੋਰ ਵੀ ਕੁਐਸਚਨਸ ਭੇਜਦੇ ਰਹੋ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਕੁਐਸਚਨਸ ਅਡਲਟ ਰਿਲੇਟਡ ਲਾਈਫ ਵੀ ਆ ਤੇ ਅਸੀਂ ਉਹ ਵੀ ਐਡਰੈਸ ਕਰ ਸਕੀਏ ਵਾਂਸ ਅਗੇਨ ਥੈਂਕ ਯੂ ਸੋ ਮਚ ਐਵਰੀਬਾਡੀ ਬਾਏ